ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਬਗਦਾਦ ਦੇਸ਼ ਵਿੱਚ ਪਹੁੰਚੇ ਤਾਂ ਸ਼ਹਿਰ ਤੋਂ ਬਾਹਰ ਇੱਕ ਸਰੋਵਰ ਦੇ ਕੋਲ ਡੇਰਾ ਲਗਾ ਲਿਆ। ਰਾਤ ਆਰਾਮ ਕਰਕੇ ਜਦ ਅੰਮ੍ਰਿਤ ਵੇਲੇ ਗੁਰੂ ਜੀ ਉੱਠੇ ਤਾਂ ਇਸ਼ਨਾਨ ਵਗੈਰਾ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ। ਇੰਨੇ ਨੂੰ ਦਸਤਗੀਰ ਪੀਰ ਦਾ ਇੱਕ ਮੁਰੀਦ ਇਸ਼ਨਾਨ ਕਰਨ ਲਈ ਅਤੇ ਪਾਣੀ ਭਰਨ ਲਈ ਉੱਥੇ ਆ ਪਹੁੰਚਿਆ। ਜਦ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਪਜੀ ਸਾਹਿਬ ਜੀ ਦਾ ਪਾਠ ਸੁਣਿਆ ਤਾਂ ਮਨ ਅੰਦਰ ਸ਼ਾਂਤੀ ਆ ਗਈ। ਐਸੀ ਸ਼ਾਂਤੀ ਆਈ ਜੋ ਉਹ ਉੱਥੇ ਹੀ ਖੜਾ ਰਿਹਾ। ਜਦ ਉਸਨੇ ਇਹ ਤੁਕ ਸੁਣੀ, ਪਤਾਲਾ ਪਤਾਲ ਲੱਖ ਅਗਾਸਾਂ ਅਗਾਸ, ਤਦ ਉਸਦੇ ਮਨ ਵਿੱਚ ਸੰਸਾ ਆ ਗਿਆ ਕਿ ਸਾਡੇ ਪੀਰ ਨੇ ਤਾਂ 14 ਤਬਕ ਕਹੇ ਹਨ, ਇਹ ਲੱਖਾਂ ਹੀ ਪਤਾਲ ਅਤੇ ਲੱਖਾਂ ਹੀ ਆਕਾਸ਼ ਕਥਨ ਕਰ ਰਹੇ ਹਨ। ਮੈਂ ਕਿਸ ਗੱਲ ਪਰ ਨਿਸ਼ਚੇ ਕਰਾਂ। ਜਿਸ ਵੇਲੇ ਸਾਰੇ ਜਪਜੀ ਸਾਹਿਬ ਜੀ ਦਾ ਭੋਗ ਪੈ ਗਿਆ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਦੇ ਕੇ ਰਾਗ ਵਿੱਚ ਵਾਹਿਗੁਰੂ ਜੀ ਦੀ ਸਿਫਤ ਸ਼ੁਰੂ ਕਰਵਾ ਦਿੱਤੀ। ਉਹ ਮੁਰੀਦ ਕੁਝ ਕੁ ਚਿਰ ਰਾਗ ਸੁਣ ਕੇ ਫਿਰ ਉਹ ਆਪਣੇ ਪੀਰ ਦਸਤਗੀਰ ਜਾਪ ਪਾਸ ਪਹੁੰਚਿਆ। ਅੱਗੂ ਪੀਰ ਗੁੱਸੇ ਹੋਇਆ ਕਿ ਤੂੰ ਇੰਨੀ ਦੇਰ ਕਿੱਥੇ ਲਗਾ ਆਇਆ ਹੈ। ਮੁਰੀਦ ਨੇ ਕਿਹਾ, ਪੀਰ ਜੀ ਬਾਹਰ 3 ਫਕੀਰ ਆਏ ਹੋਏ ਹਨ। ਉਹਨਾਂ ਨੇ ਆਪਣੀ ਕਲਾਮ ਵਿੱਚ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦੱਸੇ ਹਨ। ਨਾਲੇ ਉਹ ਰਾਗ ਗਾ ਰਹੇ ਹਨ ਤੇ ਤੁਸਾਂ ਨੇ ਆਪਣੀ ਨਗਰੀ ਵਿੱਚ ਰਾਗ ਦਾ ਗਾਉਣਾ ਬੰਦ ਕੀਤਾ ਹੋਇਆ ਹੈ। ਜੇ ਉਹ ਫਕੀਰ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਰਹੇ ਤਾਂ ਇੱਥੋਂ ਦੇ ਵਸਨੀਕ ਸਭ ਮੁਸਲਮਾਨ ਕਾਫਰ ਹੋ ਜਾਣਗੇ। ਇਹ ਗੱਲ ਸੁਣਦਿਆਂ ਸਾਰ ਪੀਰ ਲਾਲੋ ਲਾਲ ਹੋ ਗਿਆ। ਗੁੱਸੇ ਵਿੱਚ ਭਰ ਕੇ ਆਖਦਾ ਹੈ, ਉਸ ਨੂੰ ਪੱਥਰਾਂ ਨਾਲ ਚੋਟ ਦਿਓ। ਇਸ ਤੋਂ ਬਾਅਦ ਬਗਦਾਦ ਦੇ ਸਭ ਬਾਲਕ, ਬੁੱਢੇ ਅਤੇ ਨੌਜਵਾਨ ਪੁਰਸ਼ ਪੱਥਰਾਂ ਨੂੰ ਚੁੱਕ ਕੇ ਅਲੀ ਅਲੀ ਕਰਦੇ ਹੋਏ ਚਲੇ ਆਏ। ਜਿਸ ਵੇਲੇ ਉਹ ਲੋਕ ਗੁਰੂ ਜੀ ਦੇ ਨਜ਼ਦੀਕ ਆ ਕੇ ਪੱਥਰ ਮਾਰਨ ਲੱਗੇ ਤਾਂ ਗੁਰੂ ਜੀ ਨੇ ਇਹ ਦੇਖ ਕੇ ਇਹ ਬਾਣੀ ਉਚਾਰੀ, ਨਿਰੰਕਾਰ ਸਤਿ ਸ਼੍ਰੀ ਅਕਾਲਾ ਗੁਰਬਰ ਏੰਕਾਰ ਕਿਰਪਾਲਾ, ਸੁਣ ਕਰ ਬਾਂਗ ਸਰਬ ਨਰ ਨਾਰੀ, ਸੁਨ ਮਨ ਹੋਏ ਇੱਕ ਵਾਰੀ। ਇਸ ਬਾਂਗ ਅਰਥਾਤ ਆਵਾਜ਼ ਨੂੰ ਸੁਣ ਕੇ ਸਭ ਮਨੁੱਖ ਇੱਕੋ ਵਾਰ ਸੁਨ ਮਨ ਹੋ ਗਏ। ਉਸੇ ਵੇਲੇ ਇੱਕ ਮਨੁੱਖ ਨੇ ਪੀਰ ਦਸਤਗੀਰ ਨੂੰ ਜਾ ਕੇ ਕਿਹਾ ਕਿ ਜਿੰਨੇ ਕੁ ਪੁਰਸ਼ ਗਏ ਸਨ ਸਭ ਸੁਨ ਮਨ ਹੀ ਹੋ ਗਏ ਹਨ। ਇਹ ਗੱਲ ਸੁਣ ਕੇ ਪੀਰ ਆਪ ਆਇਆ ਅਤੇ ਆਪਣੀ ਸ਼ਕਤੀ ਨਾਲ ਜੰਤਰ ਮੰਤਰ ਪੜ੍ਹ ਕੇ ਸਭ ਦੀ ਜੜਤਾ ਦੂਰ ਕੀਤੀ। ਫਿਰ ਦੂਸਰੀ ਵਾਰ ਸਭ ਮਰੀਦਾਂ ਦੇ ਹੱਥ ਵਿੱਚ ਪੱਥਰ ਫੜਾ ਕੇ ਗੁਰੂ ਜੀ ਨੂੰ ਪੱਥਰ ਮਾਰਨ ਵਾਸਤੇ ਆਇਆ ਤਾਂ ਗੁਰੂ ਜੀ ਨੇ ਦੂਰੋਂ ਵੇਖ ਕੇ ਫਿਰ ਬਾਂਗ ਦਿੱਤੀ। ਉਸ ਵੇਲੇ ਫਿਰ ਸਭ ਦੀਆਂ ਬਾਹਾਂ ਉੱਥੇ ਹੀ ਖੜੀਆਂ ਰਹਿ ਗਈਆਂ ਅਤੇ ਹੱਥਾਂ ਵਿੱਚ ਵੀ ਪੱਥਰ ਫੜੇ ਰਹੇ। ਕਿੰਨਾ ਚਿਰ ਜਦ ਬਾਹਾਂ ਲੱਕੜ ਸਮਾਨ ਖੜੀਆਂ ਰਹੀਆਂ ਤਾਂ ਸਾਰੇ ਲੋਕ ਘਬਰਾ ਗਏ। ਮਰੀਦਾਂ ਦੀ ਇਹ ਹਾਲਤ ਵੇਖ ਕੇ ਪੀਰ ਨੇ ਆਪਣੀ ਸ਼ਕਤੀ ਬੜੀ ਲਗਾਈ ਜੋ ਕਿਸੇ ਤਰ੍ਹਾਂ ਇਹ ਬਾਹਾਂ ਨੀਵੀਆਂ ਹੋ ਜਾਣ, ਪਰ ਕੋਈ ਨਾ ਹੋਈਆਂ। ਇਸ ਤੋਂ ਬਾਅਦ ਪੀਰ ਦਸਤਗੀਰ ਆਖਰਕਾਰ ਆਪਣੀ ਸ਼ਕਤੀ ਕਮਜ਼ੋਰ ਵੇਖ ਕੇ ਗੁਰੂ ਜੀ ਦੇ ਪਾਸ ਆ ਕੇ ਬੈਠ ਗਿਆ। ਪੀਰ ਦਸਤਗੀਰ ਗੁਰੂ ਜੀ ਨੂੰ ਕਹਿਣ ਲੱਗਾ, ਆਪ ਬੜੇ ਪਹੁੰਚੇ ਹੋਏ ਫਕੀਰ ਹੋ, ਪਰ ਸ਼ਰ੍ਹਾਂ ਨੂੰ ਕਿਉਂ ਨਹੀਂ ਮੰਨਦੇ? ਦੱਸੋ ਆਪ ਕੌਣ ਫਕੀਰ ਹੋ? ਕਿਸ ਘਰਾਣੇ ਦੇ ਫਕੀਰ ਹੋ? ਆਪ ਦਾ ਨਾਮ ਕੀ ਹੈ? ਗੁਰੂ ਜੀ ਨੇ ਉੱਤਰ ਦਿੱਤਾ ਕਿ ਮੈਂ ਕਿਸੇ ਫਕੀਰੀ ਸੰਪਰਦਾ ਨਾਲ ਸੰਬੰਧ ਨਹੀਂ ਰੱਖਦਾ। ਮੈਨੂੰ ਅਕਾਲ ਪੁਰਖ ਨੇ ਇਸ ਸੰਸਾਰ ਵਿੱਚ ਭੇਜਿਆ ਹੈ। ਮੈਂ ਕੇਵਲ ਉਸ ਇੱਕ ਵਾਹਿਗੁਰੂ ਨੂੰ ਹੀ ਪਛਾਣਦਾ ਹਾਂ ਜੋ ਧਰਤ, ਪਤਾਲ, ਆਕਾਸ਼ ਸਾਰੇ ਪਾਸੇ ਵਰਤ ਰਿਹਾ ਹੈ, ਵਿਆਪਕ ਹੈ। ਪੀਰ ਨੇ ਸਵਾਲ ਕੀਤਾ ਕਿ ਮੁਸਲਮਾਨੀ ਮਤ ਦੇ ਅਨੁਸਾਰ 7 ਪਤਾਲ ਅਤੇ 7 ਆਕਾਸ਼ ਮੰਨੇ ਜਾਂਦੇ ਹਨ। ਤੁਸੀਂ ਲੱਖਾਂ ਪਤਾਲ ਅਤੇ ਲੱਖਾਂ ਆਕਾਸ਼ ਦੱਸਦੇ ਹੋ। ਇਹ ਗੱਲ ਕਿਵੇਂ ਹੈ? ਤੁਸੀਂ ਗਿਣਤੀ ਕਿਵੇਂ ਕੀਤੀ ਹੈ?
ਵੇਖੇ ਹਨ ਜਾਂ ਪੜ੍ਹੇ ਹਨ ਜਾਂ ਐਵੇਂ ਅਨੁਮਾਨ ਲਗਾ ਰਹੇ ਹੋ? ਗੁਰੂ ਜੀ ਨੇ ਉੱਤਰ ਦਿੱਤਾ ਕਿ ਜਿਨ੍ਹਾਂ ਨੇ 14 ਦੇਖੇ ਹਨ ਉਹ 14 ਆਖਣਗੇ, ਅਤੇ ਜਿਨ੍ਹਾਂ ਨੇ ਲੱਖਾਂ ਵੇਖੇ ਹਨ ਉਹ ਲੱਖਾਂ ਆਖਣਗੇ। ਇਹ ਤਾਂ ਲੱਖਾਂ ਵੀ ਨਹੀਂ, ਜੇਕਰ ਅਸੀਂ ਲੱਖਾਂ ਕਹਾਂਗੇ ਤਾਂ ਵੀ ਸਾਡੇ ਸਿਰ ਤੇ ਪਾਪ ਚੜ੍ਹਦਾ ਹੈ। ਇਹ ਤਾਂ ਬੇਸ਼ੁਮਾਰ ਹਨ, ਗਿਣਤੀ ਰਹਿਤ ਹਨ। ਪੀਰ ਜੀ ਕਹਿਣ ਲੱਗੇ, ਸਾਨੂੰ ਵੀ ਵਿਖਾਓ। ਲਾਗੇ ਪੀਰ ਦਾ ਬੇਟਾ ਵੀ ਬੈਠਾ ਸੀ। ਪੀਰ ਨੇ ਕਿਹਾ ਕਿ ਲੱਖਾਂ ਪਤਾਲ ਅਤੇ ਆਕਾਸ਼ ਮੇਰੇ ਇਸ ਬੇਟੇ ਨੂੰ ਵਿਖਾਓ। ਉਸ ਤੋਂ ਬਾਅਦ ਬਾਬੇ ਨਾਨਕ ਜੀ ਨੇ ਪੀਰ ਦੇ ਬੇਟੇ ਦਾ ਹੱਥ ਪਕੜ ਲਿਆ ਅਤੇ ਉਸ ਨੂੰ ਕਿਹਾ ਕਿ ਆਪਣੀਆਂ ਅੱਖਾਂ ਬੰਦ ਕਰ ਲਵੋ। ਉਸਨੇ ਅੱਖਾਂ ਬੰਦ ਕਰ ਲਈਆਂ। ਉਹ ਕੀ ਵੇਖਦਾ ਹੈ ਕਿ ਉਹ ਅਤੇ ਬਾਬਾ ਨਾਨਕ ਜੀ ਆਕਾਸ਼ ਵਿੱਚ ਉੱਡ ਰਹੇ ਹਨ। ਉਸ ਨੂੰ ਅਣਗਿਣਤ ਹੀ ਸੂਰਜ ਅਤੇ ਚੰਦਰਮਾ ਨਜ਼ਰ ਆਏ। ਹੋਰ ਅੱਗੇ ਤੋਂ ਅੱਗੇ ਧਰਤੀਆਂ ਨਜ਼ਰ ਆਈਆਂ। ਕੋਈ ਹਿਸਾਬ ਨਹੀਂ, ਬੇਸ਼ੁਮਾਰ ਹਨ। ਗਿਣਨ ਦੀ ਤਾਂ ਸੰਭਾਵਨਾ ਹੀ ਨਹੀਂ, ਗਿਣਤੀ ਹੋ ਹੀ ਨਹੀਂ ਸਕਦੀ। ਪਤਾਲ ਵੀ ਅਨੇਕ ਵੇਖੇ। ਕਈ ਧਰਤੀਆਂ ਤੇ ਉਹ ਗਏ ਤਾਂ ਕੀ ਵੇਖੇ ਕਿ ਥਾਂ ਥਾਂ ਤੇ ਸਤਸੰਗ ਹੋ ਰਿਹਾ ਹੈ, ਕੀਰਤਨ ਹੋ ਰਿਹਾ ਹੈ, ਕੜਾਹ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ। ਲੜਕਾ ਵੇਖਦਾ ਵੇਖਦਾ ਥੱਕ ਗਿਆ ਅਤੇ ਕਹਿਣ ਲੱਗਾ, ਗੁਰੂ ਜੀ ਚੱਲੋ, ਵਾਪਸ ਚੱਲੋ। ਗੁਰੂ ਜੀ ਕਹਿਣ ਲੱਗੇ, ਤੇਰੇ ਪਿਤਾ ਨੇ ਮੰਨਣਾ ਨਹੀਂ, ਕੋਈ ਨਿਸ਼ਾਨੀ ਲੈ ਚੱਲੀਏ। ਕੀਰਤਨ ਵਾਲੀ ਥਾਂ ਤੋਂ ਇੱਕ ਬਰਤਨ ਲਿਆ ਅਤੇ ਉਸ ਵਿੱਚ ਕੜਾਹ ਪ੍ਰਸ਼ਾਦ ਪਵਾ ਲਿਆ। ਅੱਖਾਂ ਖੋਲੀਆਂ, ਕੀ ਦੇਖਦਾ ਹੈ ਕਿ ਬਗਦਾਦ ਵਿੱਚ ਹੀ ਉਸੇ ਥਾਂ ਤੇ ਆਪਣੇ ਪਿਤਾ ਦੇ ਪਾਸ ਬੈਠਾ ਹੈ। ਝਟਪਟ ਹੀ ਉਹ ਲੱਖ ਪਤਾਲ ਅਤੇ ਆਕਾਸ਼ ਵੇਖ ਕੇ ਉੱਥੇ ਮੁੜ ਆਇਆ ਹੈ। ਆਪਣੇ ਪਿਤਾ ਪੀਰ ਨੂੰ ਦੱਸਦਾ ਹੈ ਕਿ ਪਿਤਾ ਜੀ, ਅਸੀਂ ਉੱਡਦੇ ਉੱਡਦੇ ਚਲੇ ਗਏ ਅਤੇ ਅਨੇਕਾਂ ਹੀ ਚੰਦ, ਸੂਰਜ, ਧਰਤੀਆਂ ਵੇਖੀਆਂ। ਇਹਨਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ। ਬਾਬਾ ਨਾਨਕ ਜੀ ਸੱਚ ਆਖਦਾ ਹੈ, ਆਕਾਸ਼ ਪਤਾਲ ਲੱਖਾਂ ਹੀ ਹਨ। ਪੀਰ ਦਸਤਗੀਰ ਨੇ ਕਿਹਾ ਕਿ ਕੋਈ ਨਿਸ਼ਾਨੀ ਵੀ ਲਿਆਇਆ ਹੈ? ਲੜਕੇ ਨੇ ਕਿਹਾ, ਹਾਂ ਜੀ, ਆਹ ਵੇਖੋ, ਮੈਂ ਕੜਾਹ ਪ੍ਰਸ਼ਾਦ ਉੱਥੋਂ ਲੈ ਕੇ ਆਇਆ ਹਾਂ। ਪੀਰ ਜੀ ਅਤੇ ਹੋਰ ਸਾਰੇ ਹੈਰਾਨ ਰਹਿ ਗਏ। ਗੁਰੂ ਜੀ ਪਾਸੋਂ ਸਾਰਿਆਂ ਨੇ ਆਪਣੀ ਭੁੱਲ ਬਖਸ਼ਾਈ। ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ।